ਪਿੱਛੇ ਗਰੁੱਪ ਵਿੱਚ ਇੱਕ ਸ਼ਬਦ ਪਾਇਆ ਸੀ ਜੋ ਸਮਝਣ ਯੋਗ ਹੈ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਬਾਵਰਿਆ ਬੇਸਮਝਾ ਤੂੰ ਪਰਮਾਤਮਾ ਨੂੰ ਚੇਤੇ ਕਿਉਂ ਨਹੀਂ ਕਰਦਾ? ਕਿਉਂਕਿ ਉਹਨੂੰ ਭੁੱਲ ਕੇ ਤੇਰੇ ਸਾਰੇ ਹੀ ਗੁਣ ਗਲ ਰਹੇ ਹਨ ਤੇ ਔਗਣ ਵੱਧ ਰਹੇ ਹਨ। ਔਗਣ ਇੱਕੋ ਹੀ ਹੈ, ਪਰਮਾਤਮਾ ਨੂੰ ਭੁੱਲ ਕੇ ਅਹੰਕਾਰ ਵੱਧਦਾ ਹੈ। ਜਿੰਨਾ ਕਰਤਾਪਨ ਵਧੇਗਾ ਓਨਾ ਹੀ ਅਹੰਕਾਰ ਵਧੇਗਾ, ਤੇ ਕਰਤਾਪਨ ਵੱਧਦਾ ਹੈ ਪਰਮਾਤਮਾ ਨੂੰ ਭੁੱਲ ਕੇ। ਤੇ ਕਰਤਾਪਨ ਕਰਕੇ ਹੀ ਆਦਮੀ ਆਪਣੇ ਕਰਮ ਲਿਖਦਾ ਹੈ, ਕਿਉਂਕਿ ਤੁਸੀਂ ਕਰ ਰਹੇ ਹੋ ਚੰਗੇ ਕਰਮ ਮੰਦੇ ਕਰਮ, ਤੇ ਆਪੇ ਕਰ ਰਹੇ ਹੋ ਤੇ ਆਪੇ ਹੀ ਲਿਖ ਰਹੇ ਹੋ। ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵੋ ਜਾ। ਤੇ ਉੱਪਰਲੀਆਂ ਪੰਕਤੀਆਂ ਵਿੱਚ ਇਹੋ ਹੀ ਸਪਸ਼ਟ ਕੀਤਾ ਹੈ। ਕਰਨੀ ਕਾਗਦ ਮਨਮ ਸਵਾਣੀ, ਬੁਰਾ ਭਲਾ ਦੋਇ ਲੇਖ ਪਏ। ਜਿਉ ਜਿਉ ਕਿਰਤ ਚਲਾਏ ਤਿਉ ਚਲੀਐ, ਤਉ ਗੁਣ ਨਾਹੀ ਅੰਤ ਹਰੇ। ਕਰਨੀ ਰੂਪੀ ਕਾਗਦ ਉੱਪਰ ਮਨ ਰੂਪੀ ਸ਼ਾਹੀ ਦੁਆਰਾ ਬੁਰੇ ਭਲੇ ਕਰਮ ਤੁਸੀਂ ਲਿਖ ਰਹੇ ਹੋ, ਤੇ ਜੋ ਜੋ ਲਿਖਦੇ ਹੋ ਨਾ, ਉਸੇ ਹਿਸਾਬ ਦੇ ਨਾਲ ਹੀ ਤੁਸੀਂ ਅੱਗੇ ਕਿਰਤ ਕਰਦੇ ਹੋ ਤੇ ਅੱਗੇ ਚੱਲਦੇ ਹੋ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਵੀ ਕਰਮ ਕੋਈ ਹੋਰ ਨਹੀਂ ਲਿਖ ਰਿਹਾ ਹੈ, ਤੁਸੀਂ ਆਪ ਹੀ ਲਿਖਦੇ ਹੋ, ਕਿਉਂਕਿ ਕਰਤਾ ਤੇ ਤੁਸੀਂ ਹੋ ਨਾ, ਕਰਮ ਨੂੰ ਕਰਨ ਵਾਲੇ ਤੁਸੀਂ ਹੋ। ਤੇ ਚੰਗੇ ਕਰਦੇ ਹੋ ਤਾਂ ਵੀ ਲਿਖਦੇ ਹੋ ਵੀ ਮੈਂ ਕਿੰਨਾ ਚੰਗਾ ਕੀਤਾ ਹੈ, ਭਲੇ ਕਰਮ ਕੀਤੇ ਹਨ। ਤੇ ਬੁਰੇ ਕਰਮ ਕਰਦੇ ਹੋ ਤਾਂ ਵੀ ਲਿਖਦੇ ਹੋ, ਪਰ ਲਿਖਦੇ ਤੁਸੀਂ ਹੀ ਹੋ। ਫਿਰ ਕਰਮ ਕਿਉਂ ਕਰਦੇ ਹੋ? ਹੇਠਲੀਆਂ ਪੰਕਤੀਆਂ ਨੂੰ ਸਮਝੋ। ਜਾਲੀ ਰੈਨ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ। ਰਸ ਰਸ ਚੋਗ ਚੁਗਹਿ ਨਿਤ ਫਾਸਹਿ, ਛੂਟਸ ਮੂੜੇ ਕਵਨ ਗੁਣੀ। ਰਸ ਰਸ ਚੋਗ ਚੁਗਹਿ ਨਿਤ ਫਾਸਹਿ, ਤੁਸੀਂ ਰਸ ਕਾਰਨ, ਸੁਖ ਕਾਰਨ, ਵਾਸ਼ਨਾ ਕਾਰਨ, ਇੱਛਾ ਕਾਰਨ, ਚਾਹਤ ਕਾਰਨ ਕਰਮ ਕਰਦੇ ਹੋ। ਕਰਮਾਂ ਦੀ ਖੇਤੀ ਬੀਜਦੇ ਹੋ, ਕਰਮ ਲਿਖਦੇ ਹੋ ਕਹਿ ਦੀ। ਵਾਸ਼ਨਾ ਕਰਕੇ, ਚਾਹਤ ਕਰਕੇ। ਤੇ ਪ੍ਰਮਾਣ ਦਿੱਤਾ ਹੈ ਪੰਛੀਆਂ ਦਾ, ਬੜਾ ਪ੍ਰਤੀਕ ਵਧੀਆ ਹੈ ਵੀ ਰੋਜ਼ ਰੋਜ਼ ਆਦਮੀ ਦਿਨ ਤੇ ਰਾਤ ਨੂੰ ਕਰਮ ਕਰਦਾ ਹੈ, ਤੇ ਜੋ ਵੀ ਕਰਦਾ ਹੈ, ਜੋ ਸੋਚਦਾ ਹੈ ਨਾ, ਉਹਦੇ ਦੁਆਰਾ ਹੀ ਫਸ ਰਿਹਾ ਹੈ। ਫਿਰ ਚੋਗ ਦੂਸਰੇ ਪਾ ਰਹੇ ਹਨ, ਤੇ ਇਹਨੂੰ ਪਤਾ ਹੀ ਨਹੀਂ ਲੱਗ ਰਿਹਾ ਹੈ ਵੀ ਮੈਨੂੰ ਫਸਾਉਣ ਦੀਆਂ ਵਿਧੀਆਂ, ਫਸਾਉਣ ਦੇ ਯਤਨ ਕੀਤੇ ਜਾ ਰਹੇ ਹਨ ਦੂਸਰਿਆਂ ਵੱਲੋਂ। ਜਿਵੇਂ ਇਵੇਂ ਸਮਝ ਲਵੋ ਤੁਸੀਂ, ਪੁਰਾਣੇ ਸਮਿਆਂ ਦੇ ਵਿੱਚ ਪੰਛੀਆਂ ਨੂੰ ਫੜਨ ਵਾਲੇ, ਫੜ ਕੇ ਵੇਚਣ ਵਾਲੇ
ਇੱਕ ਪਾਸੇ ਜਾਲ ਖੜਾ ਕਰ ਦਿੰਦੇ ਸਨ ਤੇ ਉਹਦੇ ਹੇਠਾਂ ਚੋਗਾ ਪਾ ਦਿੰਦੇ ਸਨ, ਦਾਣੇ ਸੁੱਟ ਦਿੰਦੇ ਸਨ, ਤੇ ਦੂਸਰੇ ਪਾਸੇ ਰੱਸੀ ਪਕੜ ਕੇ ਬੈਠ ਜਾਂਦੇ ਸਨ। ਤੇ ਪੰਛੀ ਜਦੋਂ ਚੋਗਾ ਚੁਗਣ ਵਾਸਤੇ ਆਉਂਦੇ ਸਨ ਤੋ ਰੱਸੀ ਖਿੱਚ ਲੈਂਦਾ, ਤੋ ਸਾਰੇ ਹੀ ਪੰਛੀ ਜਾਲ ਵਿੱਚ ਫਸ ਜਾਂਦੇ। ਤੋ ਉਹਨਾਂ ਨੂੰ ਅੱਗੇ ਫਿਰ ਵੇਚਦਾ, ਉਹ ਪਿੰਜਰਿਆਂ ਦੇ ਵਿੱਚ ਬੰਦ ਕਰ ਲੈਂਦਾ। ਤੇ ਫਸੇ ਕਿਵੇਂ? ਚੋਗਾ ਚੁਗਣ ਕਰਕੇ, ਲਾਲਚ ਕਰਕੇ। ਰਸ ਰਸ ਚੋਗ ਚੁਗੇ ਨਿਤ ਫਾਸੇ। ਇਵੇਂ ਹੀ ਆਦਮੀ ਫਸ ਰਿਹਾ ਹੈ। ਜਿਵੇਂ ਜਿਵੇਂ ਤੁਸੀਂ ਰਸ ਰਸ ਸਵਾਦ ਲੈ ਲੈ ਕੇ ਸੰਸਾਰ ਦੇ ਭੋਗਾਂ ਦੇ ਵਿੱਚ ਉਤਰਦੇ ਹੋ, ਇੱਛਾ ਕਰਦੇ ਹੋ ਭੋਗਣ ਦੀ, ਭਾਵੇਂ ਨਹੀਂ ਵੀ ਉਤਰਦੇ ਹੋ, ਚਾਹਤ ਤੇ ਕਰਦੇ ਹੀ ਹੋ ਨਾ ਸੁੱਖ ਮਿਲੇਗਾ। ਤੇ ਸੁੱਖ ਦੀ ਖਾਤਰ ਹੀ ਤੁਸੀਂ ਸੰਸਾਰ ਦੇ ਵਿੱਚ ਕਰ ਰਹੇ ਹੋ ਸਭ ਕੁਛ। ਸੁੱਖ ਭੋਗਣ ਦੀ ਖਾਤਰ ਸੋਚ ਰਹੇ ਹੋ, ਕਰ ਰਹੇ ਹੋ। ਤੇ ਜਿੰਨਾ ਸੋਚਦੇ ਹੋ, ਜਿੰਨਾ ਕਰਦੇ ਹੋ, ਓਨਾ ਹੀ ਫਸਦੇ ਹੋ। ਅਜੇ ਕਰਨ ਕਰਕੇ ਘੱਟ ਫਸਦੇ ਹਨ, ਸੋਚਣ ਕਰਕੇ ਜ਼ਿਆਦਾ ਫਸਿਆ ਜਾ ਰਿਹਾ ਹੈ। ਤੇ ਸੋਚਣ ਨੂੰ ਮਜਬੂਰ ਕਰ ਰਹੇ ਹਨ ਤੁਹਾਡੇ ਆਪਣੇ ਹੀ ਚੋਗਾ ਪਾਉਂਦੇ ਹਨ, ਆਪਣੇ ਹੀ ਫਸਾਉਂਦੇ ਹਨ। ਇੱਥੇ ਤੇ ਦੂਸਰਾ ਪਾ ਰਿਹਾ ਹੈ ਨਾ ਚੋਗਾ, ਤੇ ਸੰਸਾਰ ਦੇ ਵਿੱਚ ਤੇ ਤੁਹਾਡੇ ਆਪਣੇ ਹੀ ਹਨ। ਉਹ ਤੁਹਾਡੀਆਂ ਵਾਸ਼ਨਾਵਾਂ ਨੂੰ ਜਗਾ ਰਹੇ ਹਨ, ਚਾਹਤਾਂ ਨੂੰ। ਕੁਛ ਕਰ ਲਓ, ਕੁਛ ਬਣ ਲਓ, ਕੁਛ ਬਣਾ ਲਓ, ਵਾਰ-ਵਾਰ ਕਹਿ ਰਹੇ ਹਨ। ਤੇ ਤੁਸੀਂ ਉਹਨਾਂ ਦੀ ਮੰਨ ਕੇ ਚੱਲ ਰਹੇ ਹੋ, ਚੋਗਾ ਚੁਗ ਰਹੇ ਹੋ ਤੇ ਫਸ ਰਹੇ ਹੋ। ਫਿਰ ਖਿਆਲ ਵਿੱਚ ਇੱਕ ਗੱਲ ਰੱਖਣ ਯੋਗ ਹੈ ਵੀ ਪੰਛੀ ਤੇ ਭੋਲੇ ਭਾਲੇ ਹਨ, ਉਹਨਾਂ ਨੂੰ ਮਾਫ ਕੀਤਾ ਜਾ ਸਕਦਾ ਹੈ। ਉਹਨਾਂ ਨੂੰ ਪਤਾ ਨਹੀਂ ਹੈ ਵੀ ਕੀ ਹੋ ਰਿਹਾ ਹੈ। ਜਿਹਨੂੰ ਪਤਾ ਨਹੀਂ ਹੈ ਨਾ, ਉਹਨੂੰ ਮਾਫ ਕੀਤਾ ਜਾ ਸਕਦਾ ਹੈ। ਵੀ ਪਤਾ ਹੀ ਨਹੀਂ ਹੈ ਵੀ ਚੋਗਾ ਕਿਉਂ ਪਾਇਆ ਜਾ ਰਿਹਾ ਹੈ। ਪਰ ਜਿਹਨੂੰ ਪਤਾ ਹੈ, ਸਮਝ ਹੈ ਵੀ ਇਹ ਕਰਮ ਕੀਤਿਆਂ ਮੈਂ ਸੰਸਾਰ ਦੇ ਵਿੱਚ ਫਸ ਜਾਊਂਗਾ, ਉਹ ਤੇ ਜ਼ਿਆਦਾ ਮੂੜ ਹੈ ਨਾ, ਉਹ ਤੇ ਜ਼ਿਆਦਾ ਬੇਸਮਝ ਹੈ ਨਾ, ਉਹਨੂੰ ਹੀ ਬਾਵਰਿਆ ਕਿਹਾ ਹੈ। ਇੱਕ ਗੱਲ ਖਿਆਲ ਵਿੱਚ ਰੱਖਣ ਯੋਗ ਹੈ, ਵੀ ਜਿਹਨੂੰ ਨਹੀਂ ਪਤਾ ਹੈ, ਜਿਵੇਂ ਪਸ਼ੂ ਪੰਛੀ ਹਨ, ਜਾਂ ਕਈ ਅਜੇ ਬੁੱਧੀ ਦੇ ਤਲ ਤੇ ਬਹੁਤ ਪਿਛੜੇ ਹੋਏ ਹਨ, ਬੁੱਧੀ ਵਿਕਸਿਤ ਨਹੀਂ ਹੋਈ ਹੈ, ਬਹੁਤੀ ਸਮਝ ਨਹੀਂ ਹੈ, ਬਹੁਤਾ ਗਿਆਨ ਨਹੀਂ ਹੈ, ਉਹ ਨਹੀਂ ਫਸਦੇ ਹਨ ਜ਼ਿਆਦਾ। ਉਹ ਬੁਰੇ ਕਰਮ ਕਰਕੇ ਵੀ ਨਹੀਂ ਫਸਦੇ ਹਨ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਬੁਰੇ ਕਰ ਰਹੇ ਹਾਂ ਅਸੀਂ। ਪਾਗਲ ਹਨ ਜਾਂ ਛੋਟੇ ਬੱਚੇ ਹਨ, ਉਹ ਬੁਰਾ ਕਰ ਵੀ ਦੇਣ, ਕਿਸੇ ਦੀ ਹੱਤਿਆ ਵੀ ਕਰ ਦੇਣ, ਤਾਂ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕੀ ਕਰ ਰਹੇ ਹਾਂ। ਕਰਤਾ ਭਾਵ ਨਹੀਂ ਹੈ ਨਾ ਪਸ਼ੂਆਂ 'ਚ ਕਰਤਾ ਭਾਵ ਹੈ, ਇਸ ਕਰਕੇ ਪਾਪ ਨਹੀਂ ਹੈ ਉੱਥੇ। ਜਿੰਨਾ ਜ਼ਿਆਦਾ ਕਰਤਾ ਭਾਵ ਹੋਵੇਗਾ, ਓਨਾ ਹੀ ਪਾਪ ਵੱਧ ਹੋਵੇਗਾ ਤੇ ਓਨਾ ਹੀ ਜ਼ਿਆਦਾ ਆਦਮੀ ਫਸੇਗਾ। ਫਿਰ ਕਰਤਾ ਭਾਵ ਓਨਾ ਹੀ ਜ਼ਿਆਦਾ ਹੁੰਦਾ ਹੈ ਜਿੰਨੀ ਸਮਝ ਜ਼ਿਆਦਾ ਹੁੰਦੀ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਿਹੜੇ ਉਪਦੇਸ਼ ਹਨ ਨਾ, ਇਹ ਉਹਨਾਂ ਨੂੰ ਹੀ ਦਿੱਤੇ ਗਏ ਹਨ ਜਿਨ੍ਹਾਂ ਨੂੰ ਵਾਸਤਵਿਕ ਦੇ ਵਿੱਚ ਸਮਝ ਆ ਗਈ ਹੈ ਠੀਕ ਗਲਤ ਦੀ, ਜਿਨ੍ਹਾਂ ਦੇ ਅੰਦਰ ਵਿਵੇਕ ਬੁੱਧੀ ਪ੍ਰਗਟ ਹੋ ਸਕਦੀ ਹੈ, ਪੈਦਾ ਹੋ ਸਕਦੀ,
ਵੀ ਠੀਕ ਕੀ ਹੈ ਗਲਤ ਕੀ ਹੈ, ਉਹਨਾਂ ਨੂੰ ਉਪਦੇਸ਼ ਦਿੱਤਾ ਜਾ ਰਿਹਾ ਹੈ ਤੇ ਗਿਆ ਹੈ। ਕਈ ਵਾਰ ਕੀ ਹੁੰਦਾ ਹੈ ਨਾ, ਇੱਕ ਦਫਾ ਮੈਂ ਇੱਕ ਗ੍ਰੰਥੀ ਸਿੰਘ ਨੂੰ ਕਿਹਾ ਵੀ ਤੁਸੀਂ ਸਪੀਕਰ ਲਾ ਕੇ ਪਾਠ ਕਿਉਂ ਕਰਦੇ ਹੋ, ਵੀ ਜਿੰਨੇ ਸੁਣਨਾ ਹੈ ਉਹ ਤੇ ਜਾ ਕੇ ਵੀ ਉੱਥੇ ਸੁਣ ਹੀ ਸਕਦਾ ਹੈ ਜਾਂ ਪੜ੍ਹ ਸਕਦਾ ਹੈ। ਤੇ ਜਿੰਨੇ ਨਹੀਂ ਸੁਣਨਾ ਹੈ ਉਹ ਘਰ ਬੈਠਾ ਵੀ ਨਹੀਂ ਸੁਣਦਾ, ਉਹਨੂੰ ਮਤਲਬ ਹੀ ਨਹੀਂ ਹੈ, ਪਤਾ ਹੀ ਨਹੀਂ ਕੀ ਪੜ੍ਹ ਰਹੇ ਹੋ ਤੁਸੀਂ। ਉਹ ਕਹਿੰਦਾ ਨਹੀਂ ਜੀ, ਇਹ ਆਵਾਜ਼ ਕਿਸੇ ਪਸ਼ੂ ਪੰਛੀਆਂ ਦੇ ਕੰਨਾਂ 'ਚ ਪੈ ਜਾਂਦੀ ਹੈ। ਮੈਂ ਕਿਹਾ ਪਸ਼ੂ ਪੰਛੀਆਂ ਨੂੰ ਉਪਦੇਸ਼ ਥੋੜ੍ਹੀ ਦਿੱਤਾ ਗਿਆ ਹੈ, ਨਾ ਆਮ ਸਧਾਰਨ ਮਨੁੱਖ ਨੂੰ ਉਪਦੇਸ਼ ਦਿੱਤਾ ਗਿਆ ਹੈ। ਇਹ ਉਪਦੇਸ਼ ਸਮਝਦਾਰ ਨੂੰ ਦਿੱਤਾ ਗਿਆ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਿਹੜਾ ਵਾਸਤਵਿਕ ਦੇ ਵਿੱਚ ਸਮਝ ਨੂੰ ਉਪਲਬਧ ਹੋਇਆ, ਜਿਹਨੂੰ ਕੁਛ ਪਤਾ ਲੱਗਣ ਲੱਗ ਪਿਆ ਹੈ ਸੰਸਾਰ ਦਾ, ਵੀ ਮੈਂ ਫਸਿਆ ਹੋਇਆ, ਉਹ ਹੀ ਬਾਹਰ ਨਿਕਲੇਗਾ ਨਾ। ਉਹ ਜਿਹਨੂੰ ਪਤਾ ਹੀ ਨਹੀਂ ਹੈ ਮੈਂ ਫਸਿਆ ਹੋਇਆ ਜਾਂ ਸੰਸਾਰ ਬੰਧਨ ਹੈ, ਉਹ ਨਿਕਲੇਗਾ ਕਿਵੇਂ? ਹੁਣ ਜਿਹਨੂੰ ਪਤਾ ਹੀ ਨਹੀਂ ਹੈ ਮੈਂ ਜੇਲ੍ਹ 'ਚ ਹਾਂ, ਮੈਂ ਕੈਦ ਹਾਂ, ਉਹ ਛੁੱਟੇਗਾ ਕਿਵੇਂ? ਇਹੋ ਹੀ ਸਮੱਸਿਆ ਹੈ ਨਾ। ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਸੰਸਾਰ ਬੰਧਨ ਹੈ, ਸੰਸਾਰ ਇੱਕ ਰੋਗ ਹੈ ਤੇ ਨਾਮ ਦਾਰੂ ਹੈ। ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਸੰਸਾਰ ਬੰਧਨ ਹੈ ਤੇ ਬੰਧਨ ਤੋਂ ਛੁਟਕਾਰਾ ਪਾਉਣਾ ਹੈ, ਤੇ ਸਤਿਗੁਰੂ ਜੀ ਬੰਧਨ ਤੋਂ ਛਡਾਉਣ ਵਾਸਤੇ ਉਪਦੇਸ਼ ਦੇ ਰਹੇ ਆ। ਉਹੋ ਹੀ ਛੁੱਟੇਗਾ ਨਾ ਜਿਹੜਾ ਜਾਣਦਾ ਹੈ ਮੈਂ ਬੰਧਿਆ ਹੋਇਆ, ਮੈਨੂੰ ਬੇੜੀਆਂ ਪਈਆਂ ਹੋਈਆਂ ਤੇ ਪੈ ਰਹੀਆਂ ਹਨ, ਜਕੜਿਆ ਜਾ ਰਿਹਾ, ਉਹ ਛੁੱਟਣ ਦਾ ਯਤਨ ਵੀ ਕਰੇਗਾ। ਤੇ ਇਹ ਉਪਦੇਸ਼ ਉਹਨਾਂ ਵਾਸਤੇ ਹੈ ਜਿਹੜੇ ਵਾਸਤਵਿਕ ਦੇ ਵਿੱਚ ਸਮਝ ਨੂੰ ਉਪਲਬਧ ਹੋ ਗਏ ਹਨ। ਇਹੋ ਮੈਂ ਕਹਿੰਦਾ ਹਨ ਵੀ ਜਿਨ੍ਹਾਂ ਦਾ ਵਿਕਾਸ ਹੋ ਗਿਆ ਹੈ ਬੌਧਿਕ, ਉਹ ਛੁੱਟ ਸਕਦੇ ਹਨ। ਫਿਰ ਜਿੰਨਾ ਜ਼ਿਆਦਾ ਬੌਧਿਕ ਵਿਕਾਸ ਹੁੰਦਾ ਹੈ ਨਾ, ਸਮਝ ਹੁੰਦੀ ਹੈ, ਓਨਾ ਪਾਪ ਵੀ ਹੁੰਦਾ ਹੈ, ਓਨਾ ਬੰਧਨ ਵੀ ਵੱਧ ਹੁੰਦਾ ਹੈ। ਕਿਉਂਕਿ ਸਮਝ ਆ ਗਈ ਨਾ ਵੀ ਇਹ ਕਰਮ ਗਲਤ ਹੈ। ਹਾਥ ਦੀਪਕ ਕੂਏ ਭਰੇ, ਕਬੀਰ ਜੀ ਕਹਿੰਦੇ ਹਨ ਵੀ ਹੱਥ ਦੇ ਵਿੱਚ ਦੀਵਾ ਫੜ ਕੇ ਜਿਹੜਾ ਤੁਰਿਆ ਜਾ ਰਿਹਾ ਹੈ ਤੇ ਖੂਹ 'ਚ ਡਿੱਗ ਪਏ, ਉਹਨੂੰ ਬੇਵਕੂਫ ਕਵਾਂਗੇ, ਮੂਰਖ ਕਵਾਂਗੇ, ਪਰ ਪ੍ਰਕਾਸ਼ ਤੇ ਤੇਰੇ ਕੋਲ। ਇੱਦਾਂ ਹੀ ਸਮਝ ਜਿਹਦੇ ਕੋਲ ਹੈ, ਅਕਲ ਹੈ, ਪਤਾ ਹੈ ਇਹ ਕਰਮ ਗਲਤ ਹਨ, ਤੇ ਅਗਰ ਉਹ ਕਰਦਾ ਹੈ ਨਾ, ਉਹ ਜ਼ਿਆਦਾ ਫਸਦਾ ਹੈ। ਇਹੋ ਹੀ ਪੁਰਾਣੇ ਗ੍ਰੰਥਾਂ 'ਚ ਲਿਖਿਆ ਹੈ ਵੀ ਬ੍ਰਾਹਮਣ ਅਗਰ ਕੋਈ ਹੱਤਿਆ ਕਰ ਦੇਵੇ ਤਾਂ ਜ਼ਿਆਦਾ ਪਾਪਾਂ ਦਾ ਅਧਿਕਾਰੀ, ਕਿਉਂਕਿ ਉਹਨੂੰ ਪਤਾ ਹੈ ਵੀ ਇਹ ਕਰਮ ਗਲਤ ਹੈ। ਇਹੋ ਹੀ ਕਾਰਨ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਕਿਹਾ ਜਾਂਦਾ ਸੀ ਨਾ ਵੀ ਰਿਸ਼ੀ ਮੁਨੀ ਭ੍ਰਸ਼ਟ ਹੋ ਗਏ। ਆਮ ਬੰਦਾ ਕਿਉਂ ਨਹੀਂ ਭ੍ਰਸ਼ਟ ਹੋ ਰਿਹਾ ਹੈ? ਨਹੀਂ, ਆਮ ਬੰਦੇ ਨੂੰ ਪਤਾ ਹੀ ਨਹੀਂ ਹੈ ਵੀ ਭ੍ਰਸ਼ਟ ਹੋਣਾ ਕੀ ਹੈ। ਭ੍ਰਸ਼ਟ ਰਿਸ਼ੀ ਮੁਨੀ ਹੋ ਸਕਦਾ ਹੈ ਜਿਹੜਾ ਜਾਣਦਾ ਹੈ। ਦਰਅਸਲ ਜਿਹੜਾ ਉਚਾਈ 'ਚ ਚੜ੍ਹਿਆ ਹੈ ਉਹ ਹੀ ਡਿੱਗੇਗਾ ਨਾ। ਜਿਹੜਾ ਉੱਤੇ ਚੜ੍ਹਿਆ ਹੀ ਨਹੀਂ ਹੈ, ਉਚਾਈ 'ਚ ਖੜਾ ਹੀ ਨਹੀਂ, ਥੱਲੇ ਹੀ ਹੈ, ਲਿਟ ਕੇ ਹੀ ਚੱਲ ਰਿਹਾ, ਉਹ ਗਿਰੇਗਾ ਵੀ ਤੇ ਕਿੱਥੇ ਗਿਰੇਗਾ? ਉਹ ਤਾਂ ਗਿਰਿਆ ਹੀ ਹੋਇਆ ਹੈ। ਤੇ ਜਿਹੜਾ ਗਿਰਿਆ ਹੀ ਹੋਇਆ ਹੈ ਉਹਦਾ ਗਿਰਨ ਦਾ ਕੀ ਭਾਵ ਹੋਇਆ? ਤੂੰ ਕੁਛ ਵੀ ਨਹੀਂ। ਨਹੀਂ, ਜਿਹੜਾ ਉੱਪਰ ਚੜ੍ਹਿਆ ਹੋਇਆ ਹੈ, ਜਿਹਦਾ ਬੌਧਿਕ ਵਿਕਾਸ ਹੋ ਗਿਆ ਹੈ, ਜਿਹੜਾ ਜਾਣਦਾ ਹੈ ਗਲਤ ਕੀ ਹੈ ਠੀਕ ਕੀ ਹੈ, ਉਹ ਅਗਰ ਗਲਤੀ ਕਰਦਾ, ਫਿਰ ਜਿੰਨਾ ਬੌਧਿਕ ਵਿਕਾਸ ਜ਼ਿਆਦਾ ਹੁੰਦਾ ਹੈ ਨਾ, ਸਮਝ ਜ਼ਿਆਦਾ ਹੁੰਦੀ ਹੈ, ਉਨੀ ਬੇਚੈਨੀ ਵੀ ਵੱਧਦੀ ਹੈ। ਉਹਨਾਂ ਸੰਸਾਰ ਦੇ ਵਿੱਚ ਆਦਮੀ ਨੂੰ ਦੁੱਖ ਵੀ ਜ਼ਿਆਦਾ ਮਹਿਸੂਸ ਹੁੰਦਾ ਹੈ ਸਮਝਦਾ ਕਰਕੇ।
ਤੁਸੀਂ ਵੀ ਕਈ ਵਾਰ ਖਿਆਲ ਕੀਤਾ ਹੋਵੇਗਾ ਵੀ ਜਿਹੜੇ ਬੇਸਮਝ ਹਨ, ਸਮਝ ਵਿਕਸਿਤ ਨਹੀਂ ਹੋਈ ਹੈ, ਉਹ ਸੰਸਾਰ ਦੇ ਵਿੱਚ ਬੜੇ ਮਜ਼ੇ ਨਾਲ ਜੀ ਰਹੇ ਹਨ, ਖਾਣ ਪੀਣ ਦੇ ਵਿੱਚ ਪੂਰੀ ਐਸ਼ ਕਰ ਰਹੇ, ਹੁਣ ਉਹਨਾਂ ਨੂੰ ਪਤਾ ਹੀ ਨਹੀਂ ਹੈ ਜੀਵਨ ਬਾਰੇ। ਤੇ ਤੁਸੀਂ ਵੀ ਹੈਰਾਨ ਹੁੰਦੇ ਹੋਵੋਗੇ, ਭਾਵੇਂ ਕਈ ਦੁਖੀ ਵੀ ਹਨ, ਬਹੁਤਾ ਕੁਛ ਨਹੀਂ ਹੈ, ਭੀਖ ਮੰਗਦੇ ਹਨ, ਪਰ ਸਮਝ ਨਹੀਂ। ਜਿੰਨੀ ਘੱਟ ਸਮਝ ਹੋਵੇਗੀ ਉਹਨਾਂ ਦੁੱਖ ਵੀ ਘੱਟ ਹੁੰਦਾ, ਸਰੀਰਕ ਦੁੱਖ ਵੀ ਘੱਟ ਹੁੰਦਾ ਹੈ ਘੱਟ ਸਮਝ ਹੋਵੇ। ਜਿੰਨੀ ਜ਼ਿਆਦਾ ਸਮਝ ਹੋਵੇਗੀ ਉਹਨਾਂ ਸਰੀਰ ਵੀ ਸੰਵੇਦਨਸ਼ੀਲ ਹੁੰਦਾ ਹੈ, ਤੇ ਗਿਆਨ ਦੇ ਨਾਲ ਦੁੱਖ ਵੀ ਵੱਧਦਾ ਹੈ। ਜਿਵੇਂ ਪੁਰਾਣੀ ਕਹਾਣੀ ਹੈ ਨਾ, ਮੈਂ ਤੁਹਾਨੂੰ ਪਹਿਲਾਂ ਵੀ ਸੁਣਾਈ ਸੀ, ਭਈ ਪਹਿਲਾ ਜਿਹੜਾ ਆਦਮੀ ਸੀ ਉਹਨੂੰ ਬਗੀਚੇ ਦੇ ਵਿੱਚੋਂ ਕੱਢਿਆ ਸੀ ਕਿਉਂਕਿ ਉਹਨੇ ਗਿਆਨ ਦਾ ਫਲ ਖਾ ਲਿਆ ਸੀ। ਭਾਵ ਕਿ ਪਸ਼ੂ ਬਿਰਤੀ 'ਚੋਂ ਮਨੁੱਖ ਬਿਰਤੀ 'ਚ ਆ ਗਿਆ ਸੀ, ਉਹਨੂੰ ਗਿਆਨ ਹੋ ਗਿਆ, ਗਿਆਨ ਹੋ ਗਿਆ, ਸਮਝ ਹੋ ਗਈ, ਤਾਂ ਉਹਨੂੰ ਦੁੱਖ ਦਾ ਅਨੁਭਵ ਹੋਣ ਲੱਗ ਪਿਆ। ਪਸ਼ੂਆਂ ਨੂੰ ਦੁੱਖ ਦਾ ਅਨੁਭਵ ਘੱਟ ਹੁੰਦਾ, ਦਰਖਤਾਂ ਨੂੰ ਹੋਰ ਘੱਟ ਹੁੰਦਾ। ਜਿੰਨਾ ਵਿਕਾਸ ਹੋਵੇਗਾ ਉਹਨਾਂ ਦੁੱਖ ਦਾ ਅਨੁਭਵ ਹੋਵੇਗਾ, ਜਿੰਨਾ ਦੁੱਖ ਦਾ ਅਨੁਭਵ ਜ਼ਿਆਦਾ ਹੋਵੇਗਾ ਓਨਾ ਹੀ ਸੰਸਾਰ 'ਚੋਂ ਬਾਹਰ ਨਿਕਲਣ ਦੀ ਰੁਚੀ ਪੈਦਾ ਹੋਵੇ। ਜਿਵੇਂ ਹੁਣ ਗੌਤਮ ਬੁੱਧ ਸਨ, ਸਾਰੇ ਹੀ ਸੁੱਖ ਮਿਲੇ ਹੋਏ ਸਨ, ਤਾਂ ਇੰਨੇ ਸੁੱਖਾਂ ਦੇ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੂੰ ਦੁੱਖ ਦਾ ਅਨੁਭਵ ਹੋਇਆ। ਇਹਦਾ ਮਤਲਬ ਬਹੁਤ ਪ੍ਰਗਾੜ ਬੁੱਧੀ ਹੋਵੇਗੀ, ਉਹਨੇ ਸਮਝ, ਗਿਆਨ, ਵੀ ਉਹਨਾਂ ਨੂੰ ਇੰਨੀ ਸੁੱਖ ਸੁਵਿਧਾ ਦੇ ਵਿੱਚ ਰਹਿੰਦਿਆਂ ਹੋਇਆਂ ਦੁੱਖ ਨਜ਼ਰ ਆ ਗਏ। ਤੇ ਬਹੁਤਿਆਂ ਨੂੰ ਤਾਂ ਸੁੱਖ ਸੁਵਿਧਾ ਹੈ ਨਹੀਂ, ਤੇ ਦੁੱਖ ਫਿਰ ਵੀ ਨਜ਼ਰ ਨਹੀਂ ਆਉਂਦੇ ਹਨ, ਦੁੱਖਾਂ 'ਚ ਫਸੇ ਹੋਏ ਹਨ, ਤੇ ਦੁੱਖ ਖਿਆਲ ਵਿੱਚ ਨਹੀਂ। ਤੇ ਜਿੰਨੀ ਜ਼ਿਆਦਾ ਸਮਝ ਹੁੰਦੀ ਹੈ ਓਨਾ ਹੀ ਦੁੱਖ ਦਾ ਪਤਾ ਲੱਗਦਾ ਹੈ। ਤੇ ਸਮਝਦਾਰ ਅਗਰ ਗਲਤੀ ਕਰਦਾ ਹੈ ਨਾ ਤੇ ਜ਼ਿਆਦਾ ਫਸਦਾ ਹੈ। ਸਮਝਦਾਰ ਨੂੰ ਪਤਾ ਹੈ ਗਲਤ ਹੈ, ਤੇ ਜੋ ਜੋ ਕਰਮ ਕਰਦਾ ਹੈ ਨਾ ਉਹਦੇ ਵਿੱਚ ਜ਼ਿਆਦਾ ਫਸਦਾ ਹੈ ਸਮਝਦਾਰ। ਇਹ ਗੱਲ ਖਿਆਲ ਵਿੱਚ